पंजाब दी सरकार ਦੀਆਂ ਮੰਡੀਆਂ ਦੇ ਵਿੱਚ ਲਗਾਤਾਰ ਕਣਕ ਦੀ ਆਮਦ ਜਾਰੀ ਹੈ, ਲੇਕਿन दूसरे पासे ਹੁਣ ਲਿਫਟਿੰਗ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਕਣਕ ਦੀ ਲਿਫਟਿੰਗ ਕਿਵੇਂ ਹੋਏਗੀ। ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ, ਪਰ ਦੂਜੇ ਬੰਨੇ ਅੱਜ ਅਸੀਂ ਅੰਮ੍ਰਿਤਸਰ ਦੀ ਭਗਤਾਵਾਲਾ ਦਾਣਾ ਮੰਡੀ ਵਿਖੇ ਮੌਜੂਦ ਹਾਂ, ਜਿੱਥੇ ਕਿ ਤੁਹਾਨੂੰ ਦਿਖਾਵਾਂਗੇ ਕਿ ਲੱਖਾਂ ਦੀ ਤਾਦਾਦ 'ਚ ਬੋਰੀਆਂ ਇਸ ਵੇਲੇ ਲੱਗੀਆਂ ਨੇ, लेकिन इन्हों खुले आसमान के थले रखा गया है। दूजे पासे मौसम विभाग की लगातार चेतावनी भी आ रही है कि इस दे विच जिहड़ा है कि आने वाले समय बरसात हो सकती है। लेकिन तुसीं वेखो कि ਲੱਖਾਂ टन जिहड़ा गेहूं है, कणक इस वेले जिहड़ी है खुले अंबार दे विच है, तो उस दे विच जिहड़ा है इसनूं चुकण वाला कोई नहीं है। लिफ्टिंग की बहुत वड्डी समस्या इस वेले आ रही है। उसका मुख्य कारण यही है कि लिफ्टिंग ना होने करके लोगों को खासी दिक्कतों का सामना करना पै रहा। तुसीं देखोगे जिमीदार अगर माल सुट के जाता है तो उस तो बाद उसनूं दिक्कतां भी आ रही ने, तो आड़ती सब तो ज़्यादा परेशान ने। आड़तियां नूं बहुत सारियां दिक्कतां आ रही ने, तो असीं इत्थे आड़ती साहबान जिहड़े ने उन्हां नाल गलबात करांगे, नाल मंडी की तस्वीर भी तुहानूं सांझी कर रहे हैं। तुसीं वेखो कि किस वड्डे पद्धर दे उत्ते इत्थे खुले आसमान दे हेठ कणक पई है, लेकिन इसकी सुध लैण वाला कोई नहीं। साडे नाल आड़ती ਜਿਹੜੇ मौजूद ने, इस ਨਾਲ गलबात करांगे। भाई साहब की कहना चाहुंदे हो, मकसद की है, कारण की है कि इन्ना वड्डे पद्धर दे उत्ते जिहड़ी इस वेले बोरी लगी है लेकिन लिफ्टिंग नहीं हो रही? देखो खन्ना साहब, बार बार अहीं पहलां भी प्रैस राहीं कहा भी टेंडर उन्हां नूं दित्ते जांदे जिन्हां कोल एक गड्डी नहीं हैगी। ये सारा प्रैशर जिहड़ा आड़तीआ ते आउंदा है, ये पिछलियां सरकारां दे विच भी इहो हाल सी। वो अपने चहेतिਆਂ ਨੂੰ ਟੈਂਡਰ ਦਿੰਦੇ ਸੀ ਵੀ ਜਿਹਦੇ ਕੋਲ ਕੋਈ ਗੱਡੀ ਨਹੀਂ ਉਹਨੂੰ ਟੈਂਡਰ ਦੇ ਦੇਣਾ, ਔਰ ਆੜਤੀ ਤੇ ਆ ਕੇ ਪ੍ਰੈਸ਼ਰ ਪਾਉਣਾ ਵੀ ਤੂੰ ਮਾਲ ਢੋ, ਕਿਉਂਕਿ ਆੜਤੀ ਤੇ ਪ੍ਰੈਸ਼ਰ ਤਾਂ ਪੈਂਦਾ ਉੱਤੋਂ ਬੱਦਲ ਹੋ ਜਾਂਦਾ ਸੀ। ਜੇ ਸ਼ੌਰਜਾਂ ਨਾ ਪੈਂਦੀਆਂ ਹੁਣ ਆੜਤੀ ਨੂੰ, ਜਾਂ ਉੱਤੋਂ ਬੱਦਲ ਦੀ ਕਰੋਪੀ ਨਾ ਡਰ ਹੋਵੇ, ਕਿਉਂਕਿ ਮੁੜ ਕੇ ਜਿਹੜਾ ਨੱਪਿਆ ਆੜਤੀ ਜਾਂਦਾ ਉਹਨੂੰ ਲੱਖਾਂ ਰੁਪਈਆਂ ਦਾ ਘਾਟਾ ਝੱਲਣਾ ਪੈਂਦਾ। ਟੈਂਡਰ ਹੋਣਾ 40 ਰੁਪਏ ਤੇ ਆੜਤੀ ਨੂੰ ਕਹਿਣਾ 30 ਰੁਪਏ, 10 ਰੁਪਏ ਦਾ ਗੈਪ ਰੱਖਦੇ ਪੂਰੇ ਜ਼ਿਲ੍ਹੇ ਦੇ ਵਿੱਚ। ਅੱਜ ਅੰਮ੍ਰਿਤਸਰ ਦੀ ਮੰਡੀ ਆ ਕੱਲੀ, ਇੱਥੇ 12 ਲੱਖ ਤੋੜਾ, 6 ਲੱਖ ਕੁਇੰਟਲ, 60 ਲੱਖ ਰੁਪਈਆ ਟੈਂਡਰ ਵਾਲੇ ਦੇ ਘਰ ਜਾਣਾ। ਕਿਸ ਗੱਲ ਦਾ ਜਾਣਾ? ਪਰ ਜਿਹਨੂੰ ਦਿੱਤਾ ਉਹਦੇ ਕੋਲ ਕਿੰਨੀਆਂ ਗੱਡੀਆਂ ਨੇ? ਉਹਦੇ ਕੋਲ ਇੱਕ ਵੀ ਨਾ। ਜਿਹਨੂੰ ਦਿੱਤਾ ਉਹਦੇ ਕੋਲ ਕੋਈ ਗੱਡੀ ਨਹੀਂ ਹੈਗੀ। ਕੌਣ ਹੈ ਜੀ ਉਹ ਬੰਦਾ? ਉਹ ਇੱਥੋਂ ਦਾ ਅੰਮ੍ਰਿਤਸਰ ਦਾ ਲੋਕਲ ਬੰਦਾ, ਕੋਈ ਚਹੇਤਾ ਇਹਨਾਂ ਦਾ, ਉਹਨੂੰ ਟੈਂਡਰ ਦਿੱਤਾ। ਪਿਛਲੇ ਵੀ ਇਹੋ ਚੱਲਦਾ ਸੀ, ਕੈਰੋਂ ਸਾਹਿਬ ਵਾਲੇ ਵੀ ਇਹੋ ਚੱਲਦਾ ਸੀ, ਕਾਂਗਰਸ ਵਾਲੇ ਵੀ ਇਹੋ ਚੱਲਦਾ ਸੀ, ਤੇ ਹੁਣ ਸਾਨੂੰ ਆਸ ਹੈਗੀ ਸੀ ਵੀ ਸ਼ਾਇਦ ਆਮ ਪਾਰਟੀ ਦੀ ਸਰਕਾਰ ਆਈ ਆ, ਆਮ ਆਦਮੀ ਦੀ ਸਰਕਾਰ ਆਈ ਆ, ਸ਼ਾਇਦ ਇਹ ਕੋਈ ਬਦਲਾਅ ਕਰਨਗੇ, ਪਰ ਇਹ ਉਹਨਾਂ ਨਾਲੋਂ ਵੀ ਕੰਮ ਗਿਆ ਗੁਜ਼ਰਿਆ। ਪਰ ਸਰਕਾਰ ਦਾਅਵੇ ਕਰ ਰਹੀ ਹੈ ਕਿ ਲਿਫਟਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ, ਲੇਕਿਨ ਅਸੀਂ ਇੱਥੇ ਦੇਖ ਰਹੇ ਹਾਂ ਕਿ ਲੱਖਾਂ ਦੀ ਤਾਦਾਦ 'ਚ ਬੋਰੀਆਂ ਲੱਗੀਆਂ ਨੇ। ਖੰਨਾ ਸਾਹਿਬ ਇੱਕ ਰਿਐਲਿਟੀ ਵਿਖਾਉਂਦਾ ਆ, ਸਰਕਾਰ ਆਪਣੇ ਦਫ਼ਤਰਾਂ 'ਚ ਬਹਿ ਕੇ ਕਰੀ ਜਾਂਦੀ ਆ ਵੀ ਅਸੀਂ ਲਿਫਟਿੰਗ ਕਰਾਉਂਦੇ ਆ। ਤੁਸੀਂ ਕੈਮਰਾ ਘੁਮਾਓ, ਇਹ ਅੰਮ੍ਰਿਤਸਰ ਦੀ ਮੰਡੀ ਆ, ਤੁਸੀਂ ਲਾਗੇ ਜ਼ਿਲ੍ਹੇ ਦੇ ਫੋਕਲ ਪੁਆਇੰਟ ਭੀਲੋਵਾਲ ਚੱਲ ਜਾਓ, ਚੁਗਾਵਾਂ ਚੱਲ ਜਾਓ, ਅਟਾਰੀ 'ਚ ਇੱਥੇ ਲੋਪੋਗੇ ਚੱਲ ਜਾਓ, ਕੱਕੜ ਚੱਲ ਜਾਓ, ਆ ਲਾਗਲੇ ਪਾਸੇ ਰਾਜਸਾਂਸੀ ਆ। ਜੇ ਇਹਨਾਂ ਮੰਡੀਆਂ ਵਿੱਚ ਕੋਈ ਗੱਡੀ ਹੋਵੇ ਤੇ ਮੈਂ ਗੁਨਾਹਦਾਰ ਹੋਊਂਗਾ। ਅਸੀਂ ਫ੍ਰੀ ਮਾਲ ਚੁਕਾ ਦਿਆਂਗੇ ਸਰਕਾਰ ਨੂੰ। ਜਿਨ੍ਹਾਂ ਕੋਲ ਗੱਡੀ ਇੱਕ ਨਹੀਂ ਹੈਗਾ, ਪੂਰਾ ਜ਼ਿਲ੍ਹਾ ਜਿਹੜਾ ਇਸ ਵਕਤ ਪਰੇਸ਼ਾਨ ਬੈਠੇ ਨੇ ਆੜਤੀਏ, ਪਰੇਸ਼ਾਨ ਆੜਤੀਏ ਬੈਠੇ ਨੇ। ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਬੜੇ ਲੋਕਾਂ ਨਾਲ ਚਾਵਾਂ ਨਾਲ ਤੁਹਾਨੂੰ ਮੁੱਖ ਮੰਤਰੀ ਬਣਾਇਆ, ਆਸ ਉਮੀਦ ਨਾਲ ਬਣਾਇਆ। ਅਸੀਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਅੱਗੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਗੇ ਸਾਡੀ ਐਸੋਸੀਏਸ਼ਨਾਂ ਨੇ ਬੜੀ ਬੇਨਤੀਆਂ ਕੀਤੀਆਂ ਵੀ ਇਹ ਜਿਹੜਾ ਮਾਫੀਆ ਸਾਡੇ ਗਲੋਂ ਲਾ ਦਿਓ। ਇਹ ਸਾਡੇ ਵਿੱਚੋਂ ਆੜਤੀ ਮਾਲ ਢੋਂਦੇ ਨੇ, ਜੇ ਆੜਤੀਆਂ ਹੀ ਮਾਲ ਢੋਣਾ ਹੈ ਤੇ ਆੜਤੀ ਦੇ ਜਿੱਦਾਂ ਦਾਮੀ ਆਉਂਦੀ ਆ ਬਿੱਲ ਦੇ ਵਿੱਚ, ਇਸੇ ਤਰ੍ਹਾਂ ਕਿਰਾਇਆ ਵੀ ਬਿੱਲ ਦੇ ਵਿੱਚ ਲਾ ਦਿਓ, ਸਲੈਬ ਸਿਸਟਮ ਬਣਾ ਦਿਓ। ਉਸੇ ਤਰ੍ਹਾਂ ਹੀ ਅਸੀਂ ਜੇ ਕੋਈ 15,000 20,000 ਬੋਰੀ ਆੜਤੀ ਤੋਲਦਾ, ਉਸੇ ਹਿਸਾਬ ਨਾਲ ਆਪਣੀਆਂ ਗੱਡੀਆਂ ਖਰੀਦ ਲੇਗਾ। ਕਦੀ ਸਰਕਾਰ ਨੂੰ ਇਹ ਨਹੀਂ ਮੁਸ਼ਕਿਲ ਆਊਗੀ, ਕਦੀ ਬਦਨਾਮੀ ਨਹੀਂ ਸਰਕਾਰ ਦੀ ਹੋਊਗੀ ਵੀ ਸਰਕਾਰ ਦੀ ਲਿਫਟਿੰਗ ਨਹੀਂ ਹੁੰਦੀ ਮਾਲ ਦੀ। ਅਸੀਂ ਉਸੇ ਵੇਲੇ ਨੂੰ ਦੇ ਦਿੱਤਾ ਜਾਵੇ ਜ਼ਿੰਮੇਵਾਰੀ, ਆੜਤੀਆਂ ਨੂੰ ਇਸ ਟੈਂਡਰ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ। ਆੜਤੀ ਦੇ ਜਿੱਦਾਂ ਦਾਮੀ ਆਉਂਦੀ ਆ, ਉਸੇ ਤਰ੍ਹਾਂ ਉਹਦੇ ਬਿੱਲ ਦੇ ਵਿੱਚ ਲਾ ਕੇ ਉਹਦਾ ਕਿਰਾਇਆ ਵੀ ਆ ਜੇ ਤੇ ਦਿੱਕਤ ਕੋਈ ਨਹੀਂ ਰਹਿਣੀ। ਆੜਤੀ ਮਹਾਰਾਜ ਦੀ ਕਿਰਪਾ, ਇਹੋ ਜਿਹੀ ਗੱਲ ਨਹੀਂ ਆ। ਆੜਤੀ ਜੇ 20,000 ਬੋਰੀ ਕੋਈ ਆੜਤੀ ਤੋਲਦਾ ਤਾਂ ਉਹ 20,000 ਦੇ ਗੱਡੀਆਂ ਵੀ ਖਰੀਦ ਲੇਗਾ ਉਹ ਮਾਲ ਢੋਣ ਵਾਸਤੇ। ਕੋਈ ਲਿਫਟਿੰਗ ਜਿਹੜੀ ਹੋ ਰਹੀ ਹੈ ਇਹ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ? ਪ੍ਰਾਈਵੇਟ ਇਹ ਜਿਹੜੀ ਲਿਫਟਿੰਗ ਹੋ ਰਹੀ ਆ ਪ੍ਰਾਈਵੇਟ ਆ। ਆੜਤੀ 10 ਰੁਪਏ ਕਬਲਿਓ ਪਾ ਕੇ ਜ਼ਿਮੀਂਦਾਰ ਨੂੰ ਦੇ ਰਿਹਾ ਹੈ ਵੀ ਇਹ ਮਾਲ ਚੁੱਕਿਆ ਜਾਵੇ, ਤੇ ਅਸੀਂ ਜ਼ਿਮੀਂਦਾਰ ਨੂੰ 2125 ਦੇਣਾ ਆ, ਪਰ ਅਸੀਂ ਅਗਲੇ ਪਾਸੇ 2115 ਵੇਚਿਆ ਮਾਲ। ਕਿਉਂ ਵੇਚਿਆ? ਪ੍ਰਾਈਵੇਟ ਵਾਲੇ ਕੀ ਭਾਅ ਖਰੀਦ ਰਹੇ ਆ? 2115, ਅਸੀਂ 15 ਰੁਪਏ ਮਾਲ ਵੇਚਿਆ ਹੈ। ਉਹ ਇਹ ਮਾਲ ਜਿਹੜਾ ਆ 10 ਰੁਪਏ ਤਾਂ ਘਟਾ ਕੇ ਵੇਚਿਆ ਜਾਂਦਾ ਹੈ ਵੀ ਸਾਨੂੰ 10 ਰੁਪਏ ਪੱਲੇ ਦਾ ਕਿਰਾਇਆ ਪਾਉਣਾ ਪੈਣਾ, ਤੇ ਫਿਰ ਸਾਨੂੰ ਰੱਟਾ ਉਹੀ ਕਰਨਾ ਪੈਣਾ। ਜ਼ਿਮੀਂਦਾਰ ਨੂੰ 2125 ਦੀ ਦੇ ਦਿਓ ਪੈਸੇ,
ਜੇ ਉਹਦਾ ਕੋਈ ਲੱਗਦਾ ਅਸੀਂ ਪ੍ਰਾਈਵੇਟ ਜਿਹੜਾ ਆ ਅਸੀਂ 2115 ਰੁਪਏ ਭਾਅ ਵੇਚਤਾ ਮਾਲ। ਕੈਸ਼ ਪੈਸੇ ਲੈ ਲਓ, ਕੈਸ਼ ਪੈਸੇ ਨਹੀਂ, ਬਿੱਲ ਤੇ ਹੀ ਆਉਣੇ ਸਾਡੇ ਅਕਾਊਂਟ 'ਚ ਆਉਣੇ ਜੋ ਆ। ਵੀ ਹੈ ਪੈਸੇ ਮਤਲਬ ਆ ਜਾਣਗੇ। ਅਸੀਂ 2125 ਨਾਲ ਉਹਦੇ ਅਕਾਊਂਟ 'ਚ ਪੈਸੇ ਪਾਏ ਆ ਜ਼ਿਮੀਂਦਾਰ ਦੇ, ਪਰ ਸਾਨੂੰ 2115 ਨਾਲ ਮਿਲਨੇ ਆ। ਕਿਉਂ ਮਿਲਨੇ ਆ? ਅਸੀਂ ਦੁਖੀ ਹੋ ਕੇ ਇਹ ਕੰਮ ਕੀਤਾ ਆ, ਕੋਈ ਸਾਡਾ ਜੀ ਥੋੜਾ ਕਰਦਾ। ਸਰਕਾਰ ਸਾਨੂੰ ਅਗਲੇ ਦਿਨ ਪੈਸੇ ਦਿੰਦੀ ਆ, ਜਾਂ 24 ਘੰਟਿਆਂ ਜਾਂ 72 ਘੰਟਿਆਂ ਜਾਂ 3 ਦਿਨਾਂ 'ਚ। ਇੱਥੋਂ ਸਾਨੂੰ ਪੈਸੇ ਵੀ 10-15 ਦਿਨ ਹੀ ਮਿਲਨੇ ਆ, ਫਿਰ ਵੀ ਅਸੀਂ ਪ੍ਰਾਈਵੇਟ ਪਾਉਣ ਨੂੰ ਮਜਬੂਰ ਹੋ ਜੰਨੇ ਆ। ਅਜੇ ਅਸੀਂ ਸਰਕਾਰ ਨੂੰ ਮਾਲ ਜ਼ਿਆਦਾ ਲਿਖਾਇਆ, ਫਿਰ ਵੀ ਸਰਕਾਰ ਨੂੰ ਖਜ਼ਾਨੇ ਦੇ ਵਿੱਚ ਉਹਨਾਂ ਦੀ ਫੀਸ ਜਾਵੇ, ਡਿਵੈਲਪਮੈਂਟ ਹੋਏਗੀ। ਇਹ ਕੁਝ ਸਾਰੇ ਆੜਤੀਏ ਸੋਚਦੇ ਆ, ਪਰ ਸਰਕਾਰ ਨਹੀਂ ਸੋਚਦੀ। ਸਰਕਾਰ ਸਿਰਫ ਇਹੋ ਸੋਚਦੀ ਆ ਵੀ ਸਾਡਾ ਰਾਹ ਕਿੱਦਾਂ ਪੱਧਰਾ ਹੋਣਾ, ਆਪਣੇ ਚਹੇਤਿਆਂ ਨੂੰ ਕਿੱਦਾਂ ਖੁਸ਼ ਕਰਨਾ। ਤਾਂ ਕੁਝ ਹੋਰ ਵੀ ਸਾਡੇ ਨਾਲ ਕਿਸਾਨ ਵੀ ਨੇ, ਜ਼ਿਮੀਂਦਾਰ ਵੀ ਨੇ ਤੇ ਆੜਤੀ ਵੀ ਨੇ। ਤਾਂ ਭਾਈ ਸਾਹਿਬ ਕੀ ਦਿੱਕਤ ਆ ਰਹੀ, ਬਤੌਰ ਜ਼ਿਮੀਂਦਾਰ ਕੀ ਦਿੱਕਤ ਆ ਰਹੀ? ਜ਼ਿਮੀਂਦਾਰ ਦਿੱਕਤ ਆ ਰਹੀ ਜੀ, ਪਹਿਲਾਂ ਤਾਂ ਇੰਸਪੈਕਟਰ ਇੱਥੇ ਆਣ ਕੇ ਮਾਲ ਚੈੱਕ ਕਰਦੇ ਨੇ। ਕਦੀ ਕਹਿੰਦੇ ਸਾਨੂੰ ਮਾਲ ਪਸੰਦ ਨਹੀਂ, ਨਾ ਪਸੰਦ ਦਾ ਕਾਰਨ ਕਿ ਉਹਨਾਂ ਕੋਲ ਬਾਰਦਾਨਾ ਨਹੀਂ ਹੈਗਾ। ਬਾਰਦਾਨੇ ਦੀ ਨਾ ਮਿਲਣ ਦਾ ਕਾਰਨ ਜ਼ਿਮੀਂਦਾਰ ਨੂੰ ਪਰੇਸ਼ਾਨੀ 2 ਦਿਨ ਤੋਂ ਮੰਡੀ ਦੇ ਵਿੱਚ ਬੈਠਣਾ ਪੈਂਦਾ। ਇਹ ਪਰੇਸ਼ਾਨੀ ਸਭ ਤੋਂ ਵੱਧ ਆ ਰਹੀ ਸਾਨੂੰ, ਬਹੁਤ ਪਰੇਸ਼ਾਨੀ ਹੈ, ਬਹੁਤ ਜ਼ਿਆਦਾ। ਕਿੱਥੋਂ ਮਾਲ ਲੈ ਕੇ ਆਏ ਤੁਸੀਂ? ਮਾਲ ਤਾਂ ਅਸੀਂ ਲੈ ਕੇ ਆਏ ਜੀ ਆਪਣਾ ਮਨ ਵਾਲੇ ਤੋਂ। ਤੇ ਸਾਨੂੰ ਬਾਰਦਾਨਾ ਜੋ ਲਿਖ ਲੈਂਦੇ, ਪਰਚੇਜ ਲਿਖਦੇ, ਉਸ ਤੋਂ ਬਾਅਦ ਬਾਰਦਾਨਾ ਕਹਿੰਦੇ ਅਜੇ ਗੱਡੀ ਨਹੀਂ ਆਈ, ਗੱਡੀ ਨੇ ਕੱਲ ਆ ਜੇ, ਗੱਡੀ ਪਰਸੋਂ ਆ ਜੇ। 2-2 3-3 ਦਿਨ ਤੋਂ ਲੇਟ ਬਾਰਦਾਨਾ ਮਿਲਦੇ ਆ। ਗੱਡੀਆਂ ਨਹੀਂ ਮਿਲ ਰਹੀਆਂ, ਗੱਡੀਆਂ ਨਹੀਂ, ਬਾਰਦਾਨਾ ਨਹੀਂ ਮਿਲ ਰਿਹਾ ਪਹਿਲਾਂ। ਗੱਡੀਆਂ ਤੇ ਟਰਾਂਸਪੋਰਟਰ ਦੀਆਂ ਜ਼ਿੰਮੇਵਾਰੀ ਉਹ ਗੱਡੀਆਂ ਦੇ ਆੜਤੀ ਨੇ ਚੁਕਾਉਣੀਆਂ ਹੁੰਦੀਆਂ, ਬਾਅਦ ਚ ਉਹਨਾਂ ਨੂੰ ਵੀ ਨਹੀਂ ਗੱਡੀਆਂ ਦਾ ਅਰੇਂਜਮੈਂਟ ਕੋਈ ਇੱਥੇ ਹੋ ਰਿਹਾ। ਬਿਲਕੁਲ। ਤੁਸੀਂ ਵੇਖੋ ਕਿ ਸਿੱਧੇ ਤੌਰ ਦੇ ਉੱਤੇ ਜ਼ਿਮੀਂਦਾਰ ਵੀ ਪਰੇਸ਼ਾਨ ਨੇ, ਤਾਂ ਦੂਜੇ ਬੰਨੇ ਤੁਸੀਂ ਵੇਖੋ ਕਿ ਲੱਖਾਂ ਟਨ ਜਿਹੜੀ ਇਸ ਵੇਲੇ ਤੁਸੀਂ ਦੇਖੋ ਕਿ ਕਣਕ ਜਿਹੜੀ ਹੈ ਇਸ ਵੇਲੇ ਤੁਹਾਨੂੰ ਅੰਮ੍ਰਿਤਸਰ ਦੀ ਭਗਤਾਲਾ ਦਾਣਾ ਮੰਡੀ 'ਚ ਮਿਲੇਗੀ। ਲੇਕਿਨ ਗੱਲ ਉਹੀ ਹੈ ਕਿ ਲੰਬੇ ਸਮੇਂ ਤੋਂ ਜਿਸ ਤਰੀਕੇ ਦੇ ਅਰੇਂਜਮੈਂਟ ਦੀ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਅਰੇਂਜਮੈਂਟ ਪੁਖਤਾ ਹੋਣੇ ਚਾਹੀਦੇ, ਲੇਕਿਨ ਇਸ ਵੇਲੇ ਪੁਖਤਾ ਅਰੇਂਜਮੈਂਟ ਇੱਥੇ ਨਜ਼ਰ ਨਹੀਂ ਆ ਰਹੇ, ਜਿਸ ਕਰਕੇ ਤੁਸੀਂ ਵੇਖੋ ਕਿ ਮਾਲ ਬਹੁਤ ਜ਼ਿਆਦਾ ਪਿਆ। ਔਰ ਆਉਣ ਵਾਲੇ ਸਮੇਂ 'ਚ ਬੰਪਰ ਫਸਲ ਹੋਰ ਹੋਣ ਦੀ ਉਮੀਦ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਖੁੱਲਿਆ ਹੈ ਤਾਂ ਫਸਲ ਦੀ ਕਟਾਈ ਹੋ ਰਹੀ ਹੈ। ਲੇਕਿਨ ਹਾਲੇ ਘੱਟ ਪੱਧਰ ਦੇ ਉੱਤੇ ਕਟਾਈ ਹੋਈ ਹੈ ਤੇ ਉਸ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਲੇਕਿਨ ਇਸ ਤੋਂ ਬਾਅਦ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਨੇ। ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੇਲੇ ਟਰਾਂਸਪੋਰਟਰ ਜਿਹੜੀ ਜਿਸ ਤਰ੍ਹਾਂ ਗੱਡੀਆਂ ਦੇ ਵਿੱਚ ਮਾਲ ਜਾਣਾ ਹੈ, ਉਹ ਗੱਡੀਆਂ ਹਾਲੇ ਪੂਰਨ ਤੌਰ ਦੇ ਉੱਤੇ ਨਹੀਂ ਨੇ, ਜਿਸ ਕਰਕੇ ਮੰਡੀਆਂ ਦੇ ਵਿੱਚ ਲੱਖਾਂ ਟਨ ਜਿਹੜੀ ਕਣਕ ਇਸ ਵੇਲੇ ਖੁੱਲ੍ਹੇ ਅਸਮਾਨ 'ਚ ਪਈ ਹੈ। ਦੂਜੇ ਬੰਨੇ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਫਿਰ ਬਾਰਿਸ਼ਾਂ ਹੋ ਸਕਦੀਆਂ ਨੇ, ਤੇ ਅਗਰ ਬਾਰਿਸ਼ਾਂ ਹੁੰਦੀਆਂ ਨੇ ਤਾਂ ਕਣਕ ਵੀ ਖਰਾਬ ਹੋਏਗੀ, ਸਰਕਾਰ ਨੂੰ ਵੀ ਘਾਟਾ ਪਏਗਾ। ਲੇਕਿਨ ਅਗਰ ਮੁੱਢੇ ਤੌਰ ਤੇ ਗੱਲ ਕਰੀਏ ਤਾਂ ਮੁੱਢਲੀ ਜਿਹੜੀ ਗੱਲ ਹੈ ਉਹ ਹੈ ਕਿ ਇਸ ਵੇਲੇ ਮੰਡੀਆਂ ਦੇ ਵਿੱਚ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ, ਜਿਸ ਕਰਕੇ ਆੜਤੀਏ ਅਤੇ ਜ਼ਿਮੀਂਦਾਰ ਦੋਨੋਂ ਜਿਹੜੇ ਨੇ ਇਸ ਵੇਲੇ ਪਰੇਸ਼ਾਨ ਨਜ਼ਰ ਆ ਰਹੇ ਨੇ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।